ਕਿਸਾਨੀ ਸੰਘਰਸ਼ ਜਿਹੜਾ ਮੁੱਢ ਤੋਂ ਸੰਘਰਸ਼ ਚੱਲਦੇ ਆ ਰਹੇ ਨੇ, ਪਿੰਡਾਂ ਦੇ ਵਿੱਚ ਚੱਲਦੇ ਸੀ ਜਾਂ ਪੰਜਾਬ ਲੈਵਲ ਤੱਕ ਚੱਲਦੇ ਸੀ। ਉਸ ਸਮੇਂ ਕਈ ਵਾਰੀ ਊਚ ਨੀਚ ਹੋ ਜਾਂਦੀ ਸੀ ਕਿਤੇ ਜਾ ਕੇ ਧਰਨਿਆਂ ਦੇ ਲੈਵਲ 'ਚ। ਕਿ ਜਿਹੜੇ ਸਾਨੂੰ ਕਹਿ ਕੇ ਪ੍ਰਚਾਰਿਆ ਜਾਂਦਾ, ਕੋਈ ਕਹਿੰਦਾ ਪਾਕਿਸਤਾਨੀ ISI ਦਾ ਹੱਥ ਹੈ, ਕੋਈ ਕਹਿੰਦਾ ਚੀਨ ਦਾ ਹੱਥ ਹੈ, ਕਈ ਖਾਲਿਸਤਾਨੀ ਤੱਕ ਕਹਿ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਖਾਲਿਸਤਾਨ ਸ਼ਬਦ ਆ ਜਿਹੜਾ ਨਾ ਪਹਿਲਾਂ ਕਦੇ, ਨਾ ਅੱਜ, ਨਾ ਆਉਣ ਵਾਲੇ ਸਮੇਂ 'ਚ ਸਿੱਖ ਧਰਮ ਦੇ ਵਿੱਚ ਸੀ। ਖਾਲਿਸਤਾਨ ਇੱਕ ਛੋਟੀ ਜਿਹੀ ਜਗ੍ਹਾ ਦਾ ਨਾਮ ਹੋ ਸਕਦਾ, ਜਿਸ ਤਰ੍ਹਾਂ ਪਾਕਿਸਤਾਨ ਦਾ ਮਾਡਲ ਹੈ। ਹਿੰਦੁਸਤਾਨ ਪਿਆਰ ਦੇ ਨਾਲ, ਭਾਵਨਾ ਦੇ ਨਾਲ ਇੱਕ ਸ਼ਬਦ ਕਹਿ ਜਾਣਾ, ਸਾਨੂੰ ਕੋਈ ਇਹਦੇ ਨਾਲ ਇਤਰਾਜ਼ ਨਹੀਂ। ਪਰ ਜੇ ਉਹ ਇੱਕ ਇਹ ਸੋਚ ਲੈਣਾ ਕਿ ਹਿੰਦੂ ਰਾਸ਼ਟਰ ਕਾਇਮ ਕੀਤਾ ਜਾਊਗਾ, ਇਹ ਉਹਨਾਂ ਦੀ ਬਿਲਕੁਲ ਗਲਤ ਤੇ ਨਿਰਾਧਾਰ ਸੋਚ ਹੈ। ਅਸੀਂ ਤੁਹਾਨੂੰ ਲਗਾਤਾਰ ਸਿੰਘੂ ਬਾਰਡਰ ਤੋਂ ਜੋੜ ਰਹੇ ਹਾਂ। ਸਿੰਘੂ ਬਾਰਡਰ ਤੋਂ ਹਰ ਪਲ ਦੀ ਖਬਰ ਜਿਹੜੀ ਉਹ ਤੁਹਾਨੂੰ ਦਿਖਾ ਰਹੇ ਹਾਂ, ਚਾਹੇ ਕੋਈ ਸ਼ਖਸੀਅਤ ਹੋਵੇ, ਚਾਹੇ ਕੋਈ ਮੁੱਖ ਚਿਹਰਾ ਹੋਵੇ, ਚਾਹੇ ਕੋਈ ਆਮ ਕਿਸਾਨ ਹੋਵੇ, ਚਾਹੇ ਕੋਈ ਆਮ ਨਾਗਰਿਕ ਹੋਵੇ, ਚਾਹੇ ਦਿੱਲੀ ਵਾਲਾ ਹੋਵੇ। ਅਸੀਂ ਤੁਹਾਡੇ ਨਾਲ ਰੇਕ ਜੋੜਨ ਦੀ ਕੋਸ਼ਿਸ਼ ਕਰਦੇ ਹਾਂ। ਤੁਹਾਨੂੰ ਦੱਸ ਦਈਏ ਕਿ 29 ਤਰੀਕ ਨੂੰ ਕਿਸਾਨ ਜਿਹੜੇ ਉਹ ਮੀਟਿੰਗ ਕਰਨਗੇ ਕੇਂਦਰ ਦੇ ਨਾਲ। ਕੇਂਦਰ ਦੇ ਵਿੱਚੋਂ ਕੌਣ ਬੈਠਦਾ ਹਜੇ ਤੱਕ ਕੋਈ ਫੈਸਲਾ ਨਹੀਂ ਹੋਇਆ ਜਾਂ ਉਹਨਾਂ ਨੇ ਤੈਅ ਨਹੀਂ ਕੀਤਾ। ਪ੍ਰਪੋਜ਼ਲ ਜਿਹੜੀ ਜਾਰੀ ਕਰਕੇ ਉਹਨਾਂ ਨੂੰ ਏਜੰਡਾ ਜਿਹੜਾ ਉਹ ਦੇ ਦਿੱਤਾ ਤੇ 30 ਤਰੀਕ ਨੂੰ ਜਿਹੜੇ ਮੁੱਖ ਮਾਰਗ ਲੱਗਦੇ ਉਹਨਾਂ ਤੇ ਜਿਹੜਾ ਰੋਸ ਮਾਰਚ ਟਰੈਕਟਰ ਟਰਾਲੀਆਂ ਤੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਲੀਡ ਕਰਕੇ ਉਹ ਕੱਢਣਗੇ। ਜਿਹੜੀਆਂ ਇਹ ਦੋ ਅਹਿਮ ਗੱਲਾਂ ਤੇ ਇੱਕ UK ਦੇ ਜਿਹੜੇ ਪ੍ਰਧਾਨ ਮੰਤਰੀ ਇੱਥੇ ਪਹੁੰਚ ਰਹੇ ਸੀ, ਉਹ 26 ਜਨਵਰੀ ਨੂੰ ਗਣਤੰਤਰ ਦਿਵਸ ਤੇ ਨਹੀਂ ਪਹੁੰਚਣਗੇ। ਸਾਡੇ ਨਾਲ ਇੱਕ ਵੀਰ ਮੌਜੂਦ ਆ ਜੋ ਸ਼੍ਰੀ ਮੁਕਤਸਰ ਸਾਹਿਬ ਤੋਂ ਚੱਲ ਕੇ ਆਇਆ ਤੇ ਉਹਦੇ ਨਾਲ ਗੱਲਬਾਤ ਕਰਾਂਗੇ। ਵੀਰ, ਸਿੱਖੀ ਸਰੂਪ ਦੇ ਵਿੱਚੋਂ ਬਹੁਤ ਖੁਸ਼ੀ ਹੁੰਦੀ ਜਦੋਂ ਸਿੱਖੀ ਸਰੂਪ 'ਚ ਦੇਖਦੇ ਆ। ਤੁਸੀਂ ਇੱਥੇ ਪਹੁੰਚੇ ਹੋ, ਕਿਸਾਨੀ ਸੰਘਰਸ਼ ਪਹੁੰਚੇ ਹੋ, ਕੀ ਲੱਗਦਾ ਦੇਖ? ਪਹਿਲਾਂ ਤਾਂ ਅਕਾਲ ਚੈਨਲ ਦੇ ਥਰੂ ਸਾਰੀਆਂ ਸੰਗਤਾਂ ਨੂੰ ਇਸ ਰੱਬੀ ਲਹਿਰ ਦੇ ਵਿੱਚ ਆਉਣ ਲਈ ਤਹਿ ਦਿਲੋਂ ਧੰਨਵਾਦ ਔਰ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਭ ਨਾਮ ਕੀ ਹੈ? ਮੇਰਾ ਨਾਮ ਦਵਿੰਦਰਪਾਲ ਸਿੰਘ ਹੈ ਜੀ। ਕੀ ਕਹਿਣਾ ਚਾਹੁੰਦੇ ਕਿਸਾਨੀ ਸੰਘਰਸ਼? ਕਿਸਾਨੀ ਸੰਘਰਸ਼ ਜਿਹੜਾ ਮੁੱਢ ਤੋਂ ਸੰਘਰਸ਼ ਚੱਲਦੇ ਆ ਰਹੇ ਨੇ, ਪਿੰਡਾਂ ਦੇ ਵਿੱਚ ਚੱਲਦੇ ਸੀ ਜਾਂ ਪੰਜਾਬ ਲੈਵਲ ਤੱਕ ਚੱਲਦੇ ਸੀ। ਉਸ ਸਮੇਂ ਕਈ ਵਾਰੀ ਊਚ ਨੀਚ ਹੋ ਜਾਂਦੀ ਸੀ ਕਿਤੇ ਜਾ ਕੇ ਧਰਨਿਆਂ ਦੇ ਲੈਵਲ 'ਚ, ਅਖੀਰਲੇ ਨਤੀਜਿਆਂ ਤੱਕ ਪਹੁੰਚਿਆ ਨਹੀਂ ਜਾਂਦਾ ਸੀ। ਪਰ ਹੁਣ ਜਿਹੜਾ ਇਹ ਉਹ ਲੋਕਾਂ ਦੇ ਹੱਥਾਂ 'ਚੋਂ ਨਿਕਲ ਕੇ, ਜਿਹੜੇ ਕਈ ਵਾਰ ਵਿਕਾਊ ਵੀ ਹੋ ਜਾਂਦੇ, ਉਹਨਾਂ ਦੇ ਹੱਥਾਂ 'ਚੋਂ ਨਿਕਲ ਕੇ ਇਹ ਅੱਗੇ ਵੱਧ ਚੁੱਕੀ ਕਹਾਣੀ ਔਰ ਲੋਕ ਲਹਿਰ ਤੋਂ ਵੀ ਅੱਗੇ ਵੱਧ ਕੇ ਇਹਨੂੰ ਮੈਂ ਰੱਬੀ ਲਹਿਰ ਮੰਨਦਾ, ਕਿਉਂਕਿ ਇਹੋ ਜਿਹਾ ਵਰਤਾਰਾ ਬਹੁਤ ਲੰਬੇ ਸਮੇਂ ਤੋਂ ਸਾਡੇ 'ਚ ਦੇਖਣ ਨੂੰ ਨਹੀਂ ਮਿਲਿਆ। ਕਿਉਂਕਿ ਇੱਕ ਪ੍ਰਾਂਤ ਉੱਠ ਕੇ ਤੁਰਦਾ, ਉਹਦੇ ਨਾਲ ਦੂਜਾ ਉੱਠਦਾ, ਕਹਿੰਦਾ ਮੈਂ ਤੇਰਾ ਛੋਟਾ ਭਾਈ, ਨਾਲ ਤੀਜਾ ਆ ਜਾਂਦਾ, ਫਿਰ ਕਰਦਿਆਂ ਸਾਰਾ ਦੇਸ਼ ਹੀ ਨਾਲ ਆ ਰਲਦਾ। ਤਾਂ ਇਹ ਵਰਤਾਰਾ ਜਿਹੜਾ ਕਹਿ ਸਕਦੇ ਹਾਂ ਕਿ ਵੱਡਾ ਭਰਾ ਆ, ਛੋਟਾ ਭਰਾ ਨਾਲ ਆ ਗਿਆ, ਚਾਚੇ ਤਾਏ ਦੇ ਮੁੰਡੇ ਜਿੰਨੇ ਵੀ ਸਾਰੇ ਸੂਬੇ ਸਾਰੇ ਨਾਲ। ਬਿਲਕੁਲ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਕੀ ਲੱਗਦਾ ਕਿ ਜਿਹੜੇ ਸਾਨੂੰ ਕਹਿ ਕੇ ਪ੍ਰਚਾਰਿਆ ਜਾਂਦਾ, ਕੋਈ ਕਹਿੰਦਾ ਪਾਕਿਸਤਾਨੀ ISI ਦਾ ਹੱਥ ਹੈ, ਕੋਈ ਕਹਿੰਦਾ ਚੀਨ ਦਾ ਹੱਥ ਹੈ, ਕਈ ਖਾਲਿਸਤਾਨੀ ਤੱਕ ਕਹਿ ਕੇ? ਹਾਂ, ਇਹ ਸ਼ਬਦ ਵਰਤੇ ਜਾਂਦੇ ਨੇ, ਖਾਲਿਸਤਾਨ ਤੇ ਪਾਕਿਸਤਾਨ। ਸ਼ਬਦੀ ਅਰਥ ਕਰੀਏ ਤਾਂ ਦੋਵਾਂ ਦੇ ਅਰਥ ਸੇਮ ਹੀ ਬਣਦੇ ਨੇ। ਖਾਲਸਾ ਦਾ ਮਤਲਬ ਵੀ ਸ਼ੁੱਧ ਹੁੰਦਾ ਤੇ ਪਾਕ ਦਾ ਮਤਲਬ ਵੀ ਸ਼ੁੱਧ ਹੁੰਦਾ। ਸਥਾਨ ਦਾ ਮਤਲਬ ਜਗ੍ਹਾ ਹੁੰਦਾ। ਤਾਂ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਖਾਲਿਸਤਾਨ ਸ਼ਬਦ ਆ ਜਿਹੜਾ ਨਾ ਪਹਿਲਾਂ ਕਦੇ, ਨਾ ਅੱਜ, ਨਾ ਆਉਣ ਵਾਲੇ ਸਮੇਂ 'ਚ ਸਿੱਖ ਧਰਮ ਦੇ ਵਿੱਚ ਸੀ। ਦੇਰ ਵਾਜ਼ ਨੈਵਰ ਅ ਕਨਸੈਪਟ ਆਫ ਖਾਲਿਸਤਾਨ ਇਨ ਸਿੱਖਿਜ਼ਮ। ਸੋ ਇਸ ਚੀਜ਼ ਨੂੰ ਸਪਸ਼ਟ ਸਾਡੀ ਮਾਨਸਿਕਤਾ ਦੇ ਵਿੱਚ ਕਲੀਅਰ ਹੋਣਾ ਚਾਹੀਦਾ, ਕਿਉਂਕਿ ਅਸੀਂ ਹਰ ਰੋਜ਼ ਜਿਹੜੀ ਅਰਦਾਸ ਕਰਦੇ ਹਾਂ, ਉਹ ਅਰਦਾਸ ਕਰਦੇ ਹਾਂ ਖਾਲਸਾ ਰਾਜ ਦੀ। ਖਾਲਿਸਤਾਨ ਇੱਕ ਛੋਟੀ ਜਿਹੀ ਜਗ੍ਹਾ ਦਾ ਨਾਮ ਹੋ ਸਕਦਾ, ਜਿਸ ਤਰ੍ਹਾਂ ਪਾਕਿਸਤਾਨ ਦਾ ਮਾਡਲ ਹੈ, ਔਰ ਇਹਨੂੰ ਇੰਪਲਾਂਟ ਕੀਤਾ ਜਾਂਦਾ। ਜਿਸ ਤਰ੍ਹਾਂ ਗਾਇਕੀ ਰਾਹੀਂ ਸਾਡੇ ਕਿਰਦਾਰ ਖਤਮ ਕੀਤੇ ਗਏ, ਨਸਲਕੁਸ਼ੀ ਕੀਤੀ ਗਈ, ਇੰਪਲਾਂਟ ਕੀਤਾ ਗਿਆ ਸਾਡੇ 'ਤੇ, ਉਸੇ ਤਰ੍ਹਾਂ ਖਾਲਿਸਤਾਨ ਸ਼ਬਦ ਇੰਪਲਾਂਟ ਕੀਤਾ ਗਿਆ। ਖਾਲਿਸਤਾਨ ਨਾ ਸਾਡੀ ਮੰਗ ਸੀ, ਨਾ ਪਹਿਲਾਂ ਮੰਗ ਸੀ ਤੇ ਨਾ ਆਉਣ ਵਾਲੇ ਟਾਈਮ ਦੀ ਮੰਗ ਆ। ਅਸੀਂ ਹਰ ਸਮੇਂ ਅਰਦਾਸ ਕਰਦੇ ਹਾਂ ਖਾਲਸਾ ਰਾਜ ਦੀ। ਜਿੱਥੇ ਬੇਗਮਪੁਰੇ ਸ਼ਹਿਰ ਦੇ ਵਸਣ ਦੀ ਗੱਲ ਕਰਦੇ ਹਾਂ, ਸਾਫ ਸੁਥਰੇ ਰਾਜ ਦੀ, ਸਾਫ ਸੁਥਰੇ ਅਕਸ ਵਾਲੇ ਲੋਕਾਂ ਨੂੰ ਮੋਢੀ ਬਣਾ ਕੇ ਸੋਹਣੇ ਸਮਾਜ ਦੀ ਸਿਰਜਣਾ ਦੀ ਗੱਲ ਕਰਦੇ ਹਾਂ। ਉਸ ਖਾਲਸਾ ਰਾਜ ਦੀ ਅਸੀਂ ਕਾਮਨਾ ਕਰਦੇ ਹਾਂ। ਜੀ ਬਿਲਕੁਲ। ਇਹਦੇ ਨਾਲ ਜਿਵੇਂ ਤੁਸੀਂ ਕਿਹਾ ਖਾਲਿਸਤਾਨ ਤੇ ਪਾਕਿਸਤਾਨ ਸ਼ੁੱਧ ਸ਼ਬਦ ਦਾ ਨਾਮ ਆ, ਜਾਂ ਜਿੱਥੇ ਰਹਿੰਦੇ ਆ ਉਹ ਪਵਿੱਤਰ ਧਰਤੀ ਦਾ ਨਾਂ, ਉਹਨੂੰ ਖਾਲਸ ਤੇ ਪਾਕ ਕਹਿ ਦਿੰਦੇ ਆ ਨਾ। ਇਹਦੇ ਨਾਲ ਜਿਵੇਂ ਇੱਕ ਹਿੰਦੁਸਤਾਨ ਆ, ਜੇ ਕੋਈ ਖਾਲਿਸਤਾਨ ਕਹਿੰਦਾ ਤਾਂ ਉਹਦੇ ਤੋਂ ਕਾਫੀ ਅਲਰਜੀ ਹੋ ਜਾਂਦੀ ਆ। ਜੇ ਕੋਈ ਹਿੰਦੁਸਤਾਨ ਕਹਿੰਦਾ ਤਾਂ ਲਿਖਿਆ ਤਾਂ ਉਹ ਵੀ ਨਹੀਂ ਕਿਤੇ ਹੈਗਾ ਗਾ। ਪਰ ਆਪਣੇ ਲੋਕ ਵੀਰ ਜਿਹੜੇ ਨਫ਼ਰਤ ਨਹੀਂ ਕਰਦੇ ਤੇ ਕਿਤੇ ਨਾ ਕਿਤੇ ਪਿਆਰ ਨਾਲ ਕਹਿ ਦਿੰਦੇ ਤੁਸੀਂ ਹਿੰਦੁਸਤਾਨ ਦੇ ਵਾਸੀ, ਜਾਂ ਅਸੀਂ ਹਿੰਦੁਸਤਾਨ ਦੇ ਵਾਸੀ ਵੀ ਕਹਿ ਦਿੰਦੇ ਆ, ਚਾਹੇ ਉਹ ਭਾਰਤ ਜਾਂ ਇੰਡੀਆ ਲਿਖਿਆ। ਉਹਦੇ ਬਾਰੇ ਕੀ ਵਿਚਾਰ?
ਇਸ ਤਰ੍ਹਾਂ ਕਿ ਹਿੰਦ ਮਹਾਸਾਗਰ ਦੇ ਨਾਲ ਹੋਣ ਕਰਕੇ ਇਸ ਦੇਸ਼ ਦਾ ਨਾਮ ਹਿੰਦੁਸਤਾਨ ਵੀ ਕਹਿ ਦਿੰਦੇ ਆ, ਭਾਰਤ ਵੀ ਕਹਿ ਦਿੰਦੇ ਆ, ਹਿੰਦੁਸਤਾਨ ਵੀ ਕਹਿ ਦਿੰਦੇ ਆ, ਅੰਗਰੇਜ਼ੀ ਜਿਹਨੂੰ ਇੰਡੀਆ ਕਹਿੰਦੇ ਆ। ਤਾਂ ਹਿੰਦੁਸਤਾਨ ਸ਼ਬਦ ਨੂੰ ਜਦੋਂ ਇੱਕ ਖਾਸ ਕਮਿਊਨਿਟੀ ਦੇ ਨਾਲ ਜੋੜ ਕੇ ਉਹਨੂੰ ਇਹ ਸੋਚਿਆ ਜਾਂਦਾ ਕਿ ਸ਼ਾਇਦ ਅਸੀਂ ਇਸੇ ਰੂਪ ਦੇ ਵਿੱਚ ਕਾਬਜ ਹੋ ਕੇ ਸਾਰੀ ਜਿੰਨੇ ਵੀ ਇਸ ਕੁਦਰਤ ਦੇ ਕਾਦਰ ਦੇ ਦੂਜੇ ਫੁੱਲ ਨੇ, ਚਾਹੇ ਉਹ ਕਿਸੇ ਵੀ ਧਰਮ, ਕਿਸੇ ਵੀ ਪੱਖ, ਕਿਸੇ ਵੀ ਰੂਪ 'ਚ ਨੇ, ਉਹਨਾਂ ਨੂੰ ਖਤਮ ਕਰਕੇ ਇੱਕੋ ਹੀ ਜਿਹੜੀ ਪੱਖ ਹੈ, ਹਿੰਦੂ ਪੱਖ ਰੱਖ ਕੇ ਤੇ ਅਸੀਂ ਇੱਕ ਸਾਮਰਾਜ ਸਿਰਜਾਂਗੇ। ਇਹ ਕਾਦਰ ਦੇ ਕਾਨੂੰਨਾਂ ਦੇ ਉਲਟ ਹੈ। ਸੋ ਇਸ ਕਰਕੇ ਹਿੰਦੁਸਤਾਨ ਪਿਆਰ ਦੇ ਨਾਲ, ਭਾਵਨਾ ਦੇ ਨਾਲ ਇੱਕ ਸ਼ਬਦ ਕਹਿ ਜਾਣਾ, ਸਾਨੂੰ ਕੋਈ ਇਹਦੇ ਨਾਲ ਇਤਰਾਜ਼ ਨਹੀਂ। ਪਰ ਜੇ ਉਹ ਇੱਕ ਇਹ ਸੋਚ ਲੈਣਾ ਕਿ ਹਿੰਦੂ ਰਾਸ਼ਟਰ ਕਾਇਮ ਕੀਤਾ ਜਾਊਗਾ, ਇਹ ਉਹਨਾਂ ਦੀ ਬਿਲਕੁਲ ਗਲਤ ਤੇ ਨਿਰਾਧਾਰ ਸੋਚ ਆ। ਗੱਲ ਇਹ ਹੈ ਕਿ ਜਿਹੜੇ ਕੱਟੜਵਾਦ ਹੈ ਨਾ, ਚਾਹੇ ਉਹ ਹਿੰਦੂ ਧਰਮ ਦਾ, ਚਾਹੇ ਉਹ ਮੁਸਲਿਮ ਧਰਮ ਦਾ, ਚਾਹੇ ਸਾਡੇ ਆਪਦੇ ਸਿੱਖ ਧਰਮ ਦਾ ਹੈ, ਉਹਦੇ ਅਸੀਂ ਸਖਤ ਵਿਰੋਧੀ ਹਾਂ। ਕਿਉਂਕਿ ਕੱਟੜਵਾਦ ਇਨਸਾਨੀਅਤ ਕਦੇ ਨਹੀਂ ਸਿਖਾਉਂਦਾ। ਧਰਮ ਕੋਈ ਵੀ ਹੋਵੇ, ਰਾਸਤੇ ਅਲੱਗ-ਅਲੱਗ ਹੋ ਸਕਦੇ ਨੇ, ਪਰ ਉਹਨਾਂ ਦਾ ਮੂਲ ਅਖੀਰਲਾ ਟੀਚਾ ਇੱਕ ਹੁੰਦਾ ਹੈ। ਉਹ ਟੀਚੇ ਦਾ ਨਾਮ ਹੈ ਪ੍ਰੇਮ। ਚਾਹੇ ਸਿੱਖ ਦੇ ਰਾਸਤੇ 'ਤੇ ਤੁਰੋ, ਚਾਹੇ ਸਨਾਤਨ ਧਰਮ ਦੇ ਰਾਸਤੇ 'ਤੇ ਤੁਰੋ, ਚਾਹੇ ਮੁਸਲਿਮ ਧਰਮ ਦੇ ਰਾਸਤੇ 'ਤੇ ਤੁਰੋ, ਜਿਹੜਾ ਅਖੀਰਲਾ ਟੀਚਾ ਹੁੰਦਾ ਉਹ ਸਾਡਾ ਪ੍ਰੇਮ ਹੁੰਦਾ ਹੈ। ਜੇ ਅਸੀਂ ਪ੍ਰੇਮ ਦੀ ਲੜੀ ਨੂੰ ਫੜਦੇ ਹਾਂ ਤਾਂ ਸਾਡੇ ਦੇ ਵਿੱਚ ਵਖਰੇਵਾਂ ਕਿਸੇ ਤਰ੍ਹਾਂ ਦਾ ਕੋਈ ਨਹੀਂ ਰਹਿੰਦਾ। ਜੇ ਵਖਰੇਵਾਂ ਹੁੰਦਾ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੇ ਪੰਥ ਦੇ ਭਗਤ ਸਮਾ ਨਹੀਂ ਸਕਦੇ ਸੀ। ਉਹ ਪ੍ਰੇਮ ਹੀ ਇੱਕ ਕਣੀ ਆ, ਇੱਕ ਕੜੀ ਆ, ਜਿਹਦੇ ਕਰਕੇ ਸਾਰੇ ਭਗਤ ਅਲੱਗ-ਅਲੱਗ ਰੂਪ, ਅਲੱਗ-ਅਲੱਗ ਭਾਰਤ ਸਾਂਝਾ ਦੇਸ਼ ਹੈ, ਸਾਂਝਾ ਦੇਸ਼ ਹੈ, ਇਹਦੇ ਵਿੱਚ ਸਾਰੇ ਧਰਮਾਂ ਨੂੰ ਖੁੱਲ੍ਹ ਰਹਿ ਸਕਦੇ ਆ, ਪਰ ਹਿੰਦੂ ਰਾਸ਼ਟਰ ਫਿਰ ਕਿਉਂ ਬਣਾਉਂਦੇ? ਇਹ ਕੱਟੜਵਾਦ ਦੀ ਇੱਕ ਸੋਚ ਹੈ। ਹੁਣ ਪ੍ਰੇਮ ਦੀ ਗੱਲ ਆਪਾਂ ਕਰਦੇ ਹਾਂ, ਜਿੱਥੇ ਪ੍ਰੇਮ ਜਾਗ ਪੈਂਦਾ, ਧਰਮ ਤੋਂ ਉੱਤੇ ਉੱਠ ਕੇ ਅਧਿਆਤਮਿਕਤਾ ਹੁੰਦੀ ਆ। ਔਰ ਜਦੋਂ ਅਧਿਆਤਮਿਕਤਾ ਆਉਂਦੀ ਹੈ ਨਾ, ਤਾਂ ਫਿਰ ਮਦਰ ਟਰੇਸਾ ਦਾ ਜਨਮ ਹੁੰਦਾ, ਫਿਰ ਭਗਤ ਪੂਰਨ ਸਿੰਘ ਦਾ ਜਨਮ ਹੁੰਦਾ, ਫਿਰ ਈਦੀ ਫਾਊਂਡੇਸ਼ਨ ਬਣਦੀ ਆ ਮੁਸਲਮਾਨ ਭਾਈਚਾਰੇ ਦੀ, ਕਿਉਂਕਿ ਪ੍ਰੇਮ ਭਾਵਨਾ ਦੇ ਵਿੱਚੋਂ ਉੱਠੇ ਹੋਏ ਇੱਕ ਲਹਿਰ ਹੁੰਦੀ ਆ। ਇਸੇ ਤਰ੍ਹਾਂ ਸਨਾਤਨ ਧਰਮ ਦੇ ਵਿੱਚ ਪ੍ਰਭੂ ਪਦਾ ਜੀ ਹੋਏ ਨੇ, ਜਿਨ੍ਹਾਂ ਨੇ ਇੰਟਰਨੈਸ਼ਨਲ ਲੈਵਲ 'ਤੇ ਸਨਾਤਨ ਧਰਮ ਦਾ ਪ੍ਰਚਾਰ ਕੀਤਾ, 108 ਮੰਦਿਰ ਬਣਾਏ, ਉਹਨਾਂ ਨੇ ਲੰਗਰ ਲਾਏ, ਗੋਰਿਆਂ ਨੂੰ ਸਹੀ ਰਾਹ 'ਤੇ ਪਾਇਆ। ਉਹ ਇੱਕ ਪ੍ਰੇਮ ਦੀ ਪਰਿਭਾਸ਼ਾ। ਅਸੀਂ ਉਹਨਾਂ ਨੂੰ ਸੱਤ ਨਮਨ ਕਰਦੇ ਹਾਂ। ਪਰ ਜਦੋਂ ਕੱਟੜਵਾਦ ਦਾ ਸਿਸਟਮ ਚਲਾਇਆ ਜਾਂਦਾ ਜਾਂ ਕਿਸੇ 'ਤੇ ਥੋਪਿਆ ਜਾਂਦਾ, ਥੋਪਣਾ, ਕਿਸੇ ਨੂੰ ਗੁਲਾਮ ਬਣਾਉਣਾ, ਜਿਹੜਾ ਇਹ ਬਿਲਕੁਲ ਉਸ ਕਾਦਰ ਦੇ ਕਾਨੂੰਨ ਦੇ ਉਲਟ ਹੈ। ਸੋ ਇਹਦੀ ਅਸੀਂ ਨਿਖੇਧੀ ਕਰਦੇ ਹਾਂ। ਪਰ ਹਿੰਦੁਸਤਾਨ ਸ਼ਬਦ ਨੂੰ ਪ੍ਰੇਮ ਭਾਵ ਦੇ ਨਾਲ ਜੇ ਕੋਈ ਲੈਂਦਾ, ਸਾਨੂੰ ਉਹਦੇ 'ਤੇ ਕੋਈ ਇਤਰਾਜ਼ ਨਹੀਂ। ਬਿਲਕੁਲ, ਜੇ ਕੋਈ ਪ੍ਰੇਮ ਭਾਵ ਨਾਲ ਲੈਂਦਾ, ਪਰ ਇਹਨਾਂ ਨੂੰ ਨਫ਼ਰਤ ਹੋ ਸਕਦੀ, ਸਾਨੂੰ ਕੋਈ ਨਫ਼ਰਤ ਨਹੀਂ। ਅੱਗੇ ਵੀ ਗੱਲ ਕੀਤੀ ਹੈ। ਕਿਸਾਨੀ ਅੰਦੋਲਨ ਤੋਂ ਕੀ ਲੱਗਦਾ ਹੁਣ ਕੀ ਨਿਕਲ ਕੇ ਆਊਗਾ? ਹੁਣ ਕਿਸੇ ਗੱਲ ਦੀ ਕਮੀ ਤਾਂ ਨਹੀਂ ਲੱਗਦੀ ਇੱਥੇ? ਇਨਸਾਨੀ ਜਿਹੜਾ ਇਹ ਅੰਦੋਲਨ ਹੈ ਨਾ, ਇਹਨੇ ਬਹੁਤ ਸਾਰੇ ਪੱਖ ਨਵੇਂ ਪੇਸ਼ ਕੀਤੇ ਆ। ਜੋ ਕੁਛ ਹੁਣ ਤੱਕ ਨਹੀਂ ਹੋਇਆ, ਉਹਨਾਂ ਪੱਖਾਂ ਨੂੰ ਲੈ ਕੇ ਇਹ ਸੰਘਰਸ਼ ਜਿਹੜਾ ਉੱਭਰਿਆ। ਸਭ ਤੋਂ ਵੱਡੀ ਗੱਲ ਆ ਜਿਹੜੀ ਲੰਗਰ ਦੀ ਪ੍ਰਥਾ ਸਾਡੇ ਗੁਰੂ ਸਾਹਿਬ ਨੇ ਚਲਾਈ ਸੀ, ਉਹ ਲੰਗਰ ਦੀ ਪ੍ਰਥਾ ਨੇ ਹੀ ਦੂਜੇ ਪ੍ਰਾਂਤਾਂ ਦੇ ਲੋਕਾਂ ਦੇ ਮਨਾਂ ਤੇ ਦਿਲਾਂ ਤੇ ਇਹੋ ਜਿਹੀ ਛਾਪ ਛੱਡੀ ਹੈ ਜਿਹੜੀ ਹੁਣ ਤੱਕ ਸਾਡੇ ਲੰਗਰਾਂ ਨੇ ਨਹੀਂ ਛੱਡੀ ਸੀ। ਹੁਣ ਲੰਗਰ ਦੇ ਵਿੱਚ ਹਰ ਤਰ੍ਹਾਂ ਦੀ ਚੀਜ਼ ਜਿਹੜੀ ਇੱਥੇ ਅਵੇਲੇਬਲ ਆ। ਖਾਸ ਕਰਕੇ ਬਦਾਮਾਂ ਦੇ ਲੰਗਰ ਜਿਹੜੇ ਚੱਲ ਰਹੇ ਨੇ, ਕੁਆਂਟਲਾਂ ਦੇ ਕੁਆਂਟਲ ਬਦਾਮ ਜਿਹੜੇ ਵੰਡੇ ਜਾ ਰਹੇ ਨੇ। ਚੰਗੀ ਗੱਲ ਹੈ, ਲੰਗਰ ਸ਼ਰਧਾ ਭਾਵਨਾ ਨਾਲ ਬੰਦਾ ਆਪਦੀ ਕਿਰਤ ਕਮਾਈ 'ਚੋਂ ਪੈਸਾ ਲਾਉਂਦਾ ਕਿ ਸਾਡੇ ਸਿੱਖ ਭਾਈ, ਸਾਡੇ ਹਰਿਆਣੇ ਦੇ ਭਾਈ ਜਿਹੜੇ ਠੰਡ ਤੋਂ ਬਚਣ, ਗਰਮ ਮੇਵੇ ਦਿੱਤੇ ਜਾ ਰਹੇ ਆ। ਪਰ ਇੱਕ ਪੱਖ ਜਿਹੜਾ ਸਾਡਾ ਸਮਝਣ ਵਾਲਾ ਹੈ, ਉਹ ਇਹ ਹੈ ਕਿ ਇਕੱਲੇ ਬਦਾਮਾਂ ਦੇ ਲੰਗਰਾਂ ਨਾਲ ਸਾਡਾ ਉਧਾਰ ਨਹੀਂ ਹੋਣ ਵਾਲਾ। ਇੱਥੋਂ ਬਦਾਮਾਂ ਦੇ ਲੰਗਰ ਖਾ ਕੇ ਸਰੀਰਾਂ ਦੇ ਗਰਮੈਸ਼ ਭਰ ਕੇ ਵਾਪਸ ਮੁੜ ਜਾਾਂਗੇ, ਉਹਦੇ ਨਾਲ ਸਾਡੇ ਕੋਈ ਬਦਲਾਅ ਨਹੀਂ ਆਉਣ ਵਾਲਾ। ਸਾਨੂੰ ਲੰਗਰ ਲਾਉਣ ਦੀ ਲੋੜ ਹੈ ਵਿਚਾਰਾਂ ਦੀ। ਸਾਡੇ ਅੰਦਰ ਇਹ ਲੰਗਰ ਤੇ ਕਿੰਤੂ ਵੀ ਨਹੀਂ ਨਾ ਕਰ ਸਕਦੇ। ਲੰਗਰ ਲਾ ਰਹੇ ਆ, ਨਾਲ ਇਹਦੇ ਨਾਲ ਕੋਈ ਹੋਰ ਲੰਗਰ ਵੀ ਦੇ ਸਕਦੇ। ਹਾਂ, ਅਸੀਂ ਇਹਦੇ ਤੇ ਕਿੰਤੂ ਨਹੀਂ ਕਰਦੇ, ਪਰ ਇਹਦੇ ਨਾਲ ਅਕਲ ਆ ਜਿਹੜੀ ਉਹ ਵੰਡਣ ਦੀ ਲਈ ਇੱਕ ਲੰਗਰ ਦੀ ਲਹਿਰ ਜ਼ਰੂਰੀ ਆ। ਜਿਵੇਂ ਹੁਣ ਇੱਥੇ ਕਈ ਜਗ੍ਹਾ ਤੇ ਲਿਖਿਆ, ਇਹ ਉੜਤਾ ਪੰਜਾਬ ਨਹੀਂ, ਇਹ ਪੜਤਾ ਪੰਜਾਬ ਹੈ। ਇਹ ਉੜਤਾ ਪੰਜਾਬ ਨਹੀਂ, ਇਹ ਖਿੜਦਾ ਪੰਜਾਬ ਹੈ। ਇਸ ਤਰ੍ਹਾਂ ਕਰਕੇ ਜਿਹੜੇ ਸਲੋਗਨ ਦਿੱਤੇ ਗਏ ਨੇ, ਉਹ ਸਾਡੀ ਤੇ ਜਿਹੜੇ ਧੱਬੇ ਲੱਗੇ ਸੀ ਉਹਨਾਂ ਨੂੰ ਸਾਫ਼ ਕਰਕੇ ਇੱਕ ਨਵੀਂ ਰੂਪ ਰੇਖਾ ਨੂੰ ਪੈਦਾ ਕਰਦੇ ਆ। ਬਸ ਇਹੀ ਗੁਜ਼ਾਰਿਸ਼ ਕਰਦੇ ਆ ਕਿ ਇਸ ਲਹਿਰ ਦੇ ਵਿੱਚੋਂ ਜਿੰਨੇ ਵੀ ਵੀਰ ਭਾਈ ਆਏ ਨੇ ਜਾਂ ਇਸ ਮਾਧਿਅਮ ਰਾਹੀਂ ਦੇਖ ਰਹੇ ਨੇ ਜਾਂ ਆਉਣਗੇ, ਇਸ ਲਹਿਰ ਦੇ ਵਿੱਚੋਂ ਕਿ ਚਿੰਨ੍ਹ ਲੈ ਕੇ ਜਾਈਏ ਖੁਦ ਮੁਖਤਿਆਰੀ ਦੀ, ਤਾਂ ਕਿ ਸਾਨੂੰ ਇਹ ਗੁਲਾਮ ਵਾਲੀ ਮਾਨਸਿਕਤਾ 'ਚੋਂ ਬਾਹਰ ਨਿਕਲ ਕੇ ਆਪਦੀ ਪੈਦਾ ਕੀਤੀ ਹੋਈ ਉਪਜ ਦੇ ਭਾਅ ਅਸੀਂ ਖੁਦ ਤੈਅ ਕਰ ਸਕੀਏ।
ਜੀ ਬਿਲਕੁਲ। ਇਹ ਨੌਜਵਾਨ ਜਿਹੜਾ ਉਹ ਮੁਕਤਸਰ ਦੀ ਧਰਤੀ ਤੋਂ ਆਇਆ, ਪਵਿੱਤਰ ਧਰਤੀ ਹੈ, 40 ਮੁਕਤਿਆਂ ਦੀ ਪਵਿੱਤਰ ਧਰਤੀ ਖਿਦਰਾਣੇ ਦੀ ਢਾਬ ਜਿੰਦਾ ਨਾਮ ਆ, ਉਸ ਧਰਤੀ ਤੋਂ ਇੱਥੇ ਪਹੁੰਚਿਆ। ਜਿਵੇਂ ਇਹਨਾਂ ਵੀਰ ਨੇ ਕਿਹਾ ਕਿ ਸਾਨੂੰ ਕਿਸੇ ਚੀਜ਼ ਤੋਂ ਨਫ਼ਰਤ ਨਹੀਂ ਹੈ, ਜੇਕਰ ਉਹ ਨਫ਼ਰਤ ਕਿਉਂ ਫੈਲਾਉਂਦੇ ਆ, ਇੱਥੇ ਸਾਰੇ ਰਹਿ ਸਕਦੇ ਆ। ਖਾਲਸ ਦਾ ਮਤਲਬ ਸ਼ੁੱਧ ਤੇ ਪਾਕ ਦਾ ਮਤਲਬ ਵੀ ਪਵਿੱਤਰ ਹੈ। ਇਹ ਉਹਨਾਂ ਦੇ ਨਾਮ ਦਿੱਤੇ ਗਏ ਸੀਗੇ। ਇਹ ਇੱਕ ਅਲੱਗ ਗੱਲ ਹੈ, ਖਾਲਸਾ ਰਾਜ ਦੀ ਇੱਕ ਅਲੱਗ ਗੱਲ ਹੈ। ਇੱਥੇ ਕਿਸਾਨੀ ਦੀ ਗੱਲ ਹੈ। ਵੀਰ ਨੇ ਜਿਵੇਂ ਗੱਲ ਕੀਤੀ ਸੀ ਕਿ ਲੰਗਰ ਦੇ ਨਾਲ ਨਾਲ ਇੱਕ ਅਕਲ ਦਾ ਲੰਗਰ ਵੀ ਜਿਹੜਾ ਉਹ ਲਾ ਦੇਣਾ ਚਾਹੀਦਾ, ਕਿ ਜਿਹੜੇ ਜਿਨ੍ਹਾਂ ਨੂੰ ਹਜੇ ਤੱਕ ਵੀ ਅਕਲ ਨਹੀਂ ਹੈਗੀ, ਸਿਆਸਤਦਾਨਾਂ ਦੇ ਪਿੱਛੇ ਫਿਰਦੇ, ਕਿਤੇ ਉਹਨਾਂ ਨੂੰ ਵੀ ਅਕਲ ਆ ਸਕੇ।